ਸਲਾਮੁਅਲੈਕੁਮ ਜੀ। ਤੁਹਾਨੂੰ ਇਹ ਗੱਲ ਸੁਣਨੇ ਕੱਟੇ ਵਾਲੀ ਤੇ ਖੋਤੇ ਵਾਲੀ। ਕੱਟੇ ਦੀ ਤੇ ਖੋਤੇ ਦੀ ਆਪਸ ਦੇ ਵਿੱਚ ਨਾ ਬਹੁਤ ਗਹਿਰੀ ਦੁਆ ਸਲਾਮ ਹੁੰਦੀ। ਇੱਕੋ ਘਰ ਦੇ ਵਿੱਚ ਇੱਕੋ ਮਾਲਕ ਕੋ ਰਹਿੰਦੇ ਨੇ। ਕੱਟਾ ਜਿਹੜਾ ਹੁੰਦਾ ਉਹ ਜ਼ਮੀਨ ਦੇ ਵਿੱਚ ਹੱਲ ਹੁਲ ਵਾਉਂਦਾ ਮਾਲਕ ਦੇ ਨਾਲ, ਤੇ ਖੋਤਾ ਆਪਦੇ ਪੱਠੇ ਲੈ ਕੇ ਆਉਂਦਾ। ਇਹਨਾਂ ਦੇ ਵਿੱਚ ਦੋਸਤੀ ਹੁੰਦੀ ਹੈ। ਕੱਟਾ ਆਪਦਾ ਕੰਮ ਕਰਦਾ, ਖੋਤਾ ਆਪਦਾ ਕੰਮ ਕਰਦਾ। ਇੱਕ ਦਿਨ ਨਾ ਖੋਤਾ ਕਹਿੰਦਾ ਕਿ ਮੈਂ ਛੁੱਟੀ ਕਰਨੀ ਹੈ, ਤੇ ਮੈਂ ਛੁੱਟੀ ਕਰਨੀ ਕਾਫੀ ਅਰਸੇ ਤੋਂ ਨਾ, ਮੈਂ ਥੱਕਿਆ ਹੋਇਆ ਵਾਂ, ਮੇਰੀ ਥਕਾਵਟ ਬਹੁਤ ਜ਼ਿਆਦਾ ਹੈ, ਤੇ ਲਿਹਾਜ਼ਾ ਤੁਸੀਂ ਐਵੇਂ ਕਰੋ, ਮੇਰਾ ਸਾਥ ਦਿਓ। ਕੱਟੇ ਨੂੰ ਕਹਿੰਦਾ। ਕੱਟੇ ਨੇ ਕਿਹਾ ਵੀ ਚਲੋ ਠੀਕ ਹੈ, ਤੂੰ ਕਾਫੀ ਦੇਰ ਤੂੰ ਮੇਰੇ ਨਾਲ ਪੱਠੇ ਛੱਟੇ ਖਾਣਾ ਵਾ, ਤੇ ਮੈਂ ਤੇਰੀ ਗੱਲ ਮੰਨ ਲੈਣਾ ਵਾ। ਕੱਟੇ ਨੇ ਕਿਹਾ ਠੀਕ ਹੈ। ਉਹਨੇ ਕਿਹਾ ਕਿਸ ਤਰ੍ਹਾਂ ਛੁੱਟੀ ਹੈਗੀ? ਉਹਨੇ ਕਿਹਾ ਵੀ ਸੁਬਾਹ ਜਦੋਂ ਮਾਲਕ ਆਏਗਾ ਉਦੋਂ ਮੈਂ ਤੈਨੂੰ ਦੱਸ ਦੇਵਾਂਗਾ। ਸਵੇਰੇ ਮਾਲਕ ਦੇ ਆਉਣ ਤੋਂ ਪਹਿਲਾਂ ਨਾ 5-10 ਮਿੰਟ ਕੱਟੇ ਨੇ ਕਿਹਾ ਵੀ ਤੂੰ ਨਾ ਆਪਦੀ ਇੱਕ ਲੱਤ ਚੱਕ ਲਾ, ਤੇ ਮਾਲਕ ਤੈਨੂੰ ਕਹੇਗਾ ਵੀ ਇਹ ਬਿਮਾਰ ਆ, ਤੇ ਬਿਮਾਰੀ ਦੀ ਵਜ੍ਹਾ ਤੋਂ ਨਾ ਠੀਕ ਨਹੀਂ ਹੈ, ਤੇ ਮੈਨੂੰ ਜਾਏਗਾ ਮੈਂ ਪੱਠੇ ਲੈ ਆਵਾਂ, ਤੇ ਮੇਰੀ ਵਾਈ ਤੋਂ ਛੁੱਟੀ ਹੋ ਜਾਏਗੀ। ਕੱਟੇ ਨੇ ਆਦੇ ਦਿਲ 'ਚ ਸੋਚਿਆ ਕਿ ਮੈਂ ਅੱਜ ਜ਼ਮੀਨ ਨਾ ਵਾਵਾਂਗਾ, ਤੇ ਮੇਰੀ ਇਧਰੋਂ ਛੁੱਟੀ ਹੋ ਜਾਏਗੀ, ਇਹਦਾ ਕੰਮ ਮੈਂ ਕਰ ਲਾਂਗਾ, ਇੱਕ ਦਿਨ ਦੀ ਇਹਦੀ ਛੁੱਟੀ ਹੋ ਜਾਏਗੀ, ਮੈਂ ਸੁਬਾਹ ਸੁਬਾਹ ਪੱਠੇ ਲੈ ਆਵਾਂ। ਮਾਲਕ ਆਇਆ, ਉਹਨੇ ਵੇਖਿਆ ਖੋਤਾ ਠੀਕ ਨਹੀਂ ਹੈ। ਉਹਨੇ ਕੱਟਾ ਜੋਇਆ, ਉਹਨੇ ਕੱਟੇ ਨੂੰ ਪਹਿਲੇ ਜ਼ਮੀਨ 'ਚ ਵਾਇਆ, ਉਹ ਇੱਕ ਅੱਧਾ ਏਕੜ ਉਹਨੇ ਕੋਲ ਵਾਇਆ, ਫਿਰ ਉਹਨੇ ਤੇ ਪੱਠੇ ਲੱਦੇ ਤੇ ਉਹਨੂੰ ਘਰ ਲੈ ਕੇ ਆਇਆ। ਕੱਟਾ ਕਾਫੀ ਥੱਕਿਆ ਹੋਇਆ ਮਹਿਸੂਸ ਹੋਇਆ, ਪਰੇਸ਼ਾਨੀ ਵੀ ਚਿਹਰੇ ਤੇ ਮਹਿਸੂਸ ਹੋਈ ਕਿ ਮੈਂ ਕਿਹੜਾ ਕੰਮ ਕੀਤਾ, ਇਧਰੋਂ ਵੀ ਮੈਂ ਮਾਰਿਆ ਗਿਆ, ਉਧਰੋਂ ਵੀ ਮਾਰਿਆ ਗਿਆ। ਮੁਸਲਸਲ ਕਾਫੀ ਅਰਸੇ ਤੋਂ ਕੰਮ ਚੱਲਦਾ ਰਿਹਾ। ਕੱਟਾ ਖੋਤੇ ਨੂੰ ਕਹਿੰਦਾ ਰਿਹਾ ਕਿ ਮਿਹਰਬਾਨੀ ਤੇਰੀ, ਹੁਣ ਤੇਰਾ ਟਾਈਮ ਆ ਗਿਆ, ਤੂੰ ਪੱਠੇ ਲਿਆਇਆ ਕਰ, ਇੱਕ ਦਿਨ ਦੀ ਗੱਲ ਸੀ, ਤੂੰ ਤਕਰੀਬਨ ਮਹੀਨਾ ਹੋ ਚੱਲਾ ਹੈ ਤੇ ਇਹੀ ਕੰਮ ਹੈ। ਖੋਤੇ ਨੇ ਕਿਹਾ ਵੀ ਇੱਧਰ ਦੀ ਦੁਨੀਆ ਇੱਧਰ ਹੋ ਜਾਏਗੀ, ਪਰ ਅੱਜ ਲੱਤ ਨਹੀਂ ਥੱਲੇ ਲੱਗੇਗੀ। ਕੱਟੇ ਨੇ ਕਿਹਾ ਵੀ ਚਲੋ ਠੀਕ ਹੈ ਜੀ, ਤੂੰ ਨਹੀਂ ਮੰਨਦਾ ਤਾਂ ਕੀ ਕਰੀਏ, ਰੋਜ਼ ਕੱਟੇ ਨੇ ਮਨਾਉਣਾ। ਉਹਨੇ ਕਿਹਾ ਨਹੀਂ, ਲੱਤ ਥੱਲੇ ਨਹੀਂ ਲੱਗੇਗੀ। ਉਹਨੇ ਕੋਈ ਜਵਾਬ ਰੱਖਣਾ। ਕਾਫੀ ਅਰਸੇ ਤੋਂ ਬਾਅਦ ਨਾਲ ਕਮਾਦ ਸੀਗਾ, ਕਮਾਦ ਦੇ ਵਿੱਚ ਨਾ ਉਹ ਗਿੱਦੜ ਫੜਨ ਵਾਲੇ ਲੋਕ ਆਏ, ਤੇ ਨਾਲ ਉਹਨਾਂ ਦੇ ਕੁੱਤੇ ਵੀ ਹੋਣ ਫਿਰਦੇ ਹੋਣ, ਤੇ ਬਹੁਤ ਮਾਰ ਸ਼ਿਕਾਰ ਹੋਵੇ। ਮਾਲਕ ਨੇ ਆਖਿਆ ਮੇਰਾ ਖੋਤਾ ਮਹੀਨਾ ਹੋ ਗਿਆ ਬਿਮਾਰ ਹੈ, ਇਹਨਾਂ ਨੂੰ ਪੁੱਛ ਲੈਂਦੇ, ਅਗਰ ਪੈਸਿਆਂ ਨਾਲ ਰੱਖਦੇ ਠੀਕ ਆ, ਜਾਂ ਉਵੇਂ ਰੱਖਦੇ ਤੇ ਚਲੋ ਆਪਾਂ ਇਹਨਾਂ ਨੂੰ ਦੇ ਦਿੰਦੇ। ਉਹਨੇ ਕੱਟੇ ਨੂੰ ਛੱਡਿਆ, ਉੱਥੇ ਗਏ, ਤੇ ਉਹਨਾਂ ਨੇ ਆਖਿਆ ਵੀ ਤੁਸੀਂ ਖੋਤਾ ਛੋਤਾ ਵੀ ਖਾ ਲੈਂਦੇ? ਉਹਨੇ ਕਿਹਾ ਵੀ ਖੋਤਾ ਤਾਂ ਅਸੀਂ ਬੜੇ ਸ਼ੌਂਕ ਨਾਲ ਖਾ ਲੈਂਦੇ ਅਗਰ ਸਾਨੂੰ ਮਿਲ ਜਾਵੇ। ਉਹਨੇ ਕਿਹਾ ਵੀ ਪੈਸੇ ਨੂੰ, ਕਿ ਪੈਸੇ ਨਹੀਂ ਦੇਣੇ, ਅਗਰ ਤੂੰ ਖੋਤਾ ਦੇਣਾ ਤਾਂ ਦੇ ਦੇ। ਮਾਲਕ ਨੇ ਆਖਿਆ ਵੀ ਚਲੋ ਠੀਕ ਹੈ। ਉਹ ਗਿਆ, ਤੇ ਕੱਟੇ ਨੇ ਆਖਿਆ ਵੀ ਜੇ ਵਾਪਸ ਆ ਗਏ ਮਕਾਨ ਦੇ ਉੱਤੇ ਆਪਦੇ, ਤੇ ਪੱਠੇ ਪੁੱਠੇ ਲੈ ਆਏ, ਟਾਈਮ ਆ ਗਿਆ ਸ਼ਾਮ ਦਾ, ਤੇ ਕੱਟੇ ਨੇ ਖੋਤੇ ਨੂੰ ਆਖਿਆ ਵੀ ਤੇਰਾ ਹੁਣ ਆਖਰੀ ਦਿਨ ਨੇ, ਜਿੰਨੇ ਮਰਜ਼ੀ ਪੱਠੇ ਖਾ ਲਾ। ਉਹਨੇ ਕਿਹਾ ਕੀ ਮਸਲਾ ਬਣਿਆ? ਉਹਨੇ ਕਿਹਾ ਵੀ ਗੱਲ ਇਹ ਆ ਕਿ ਮਸਲਾ ਇਹ ਹੈ ਕਿ ਖੋਤੇ ਖਾਣ ਵਾਲੇ ਲੋਕ ਆ ਗਏ ਨੇ, ਇਸ ਤਰ੍ਹਾਂ ਮਾਲਕ ਤੇਰੀ ਗੱਲ ਕਰ ਰਿਹਾ। ਉਹਨੇ ਆਖਿਆ ਵੀ ਖੋਤਾ ਪਰੇਸ਼ਾਨ ਹੋ ਗਿਆ। ਖੋਤਾ ਸੀਗਾ, ਉਹਨੂੰ ਨਹੀਂ ਸੀ ਕਿਸੇ ਗੱਲ ਦਾ ਇਲਮ, ਤੇ ਉਹਨੇ ਇੰਨੀ ਗੱਲ ਕੀਤੀ, ਉਹਨੇ ਲੱਤ ਲਾ ਲਈ। ਸੁਬਾਹ ਦਾ ਟਾਈਮ ਹੋਇਆ, ਮਾਲਕ ਨੇ ਵੇਖਿਆ ਇਹਨੇ ਤਾਂ ਲੱਤ ਲਾਈ ਹੋਈ ਹੈ। ਉਹਨੇ ਉਹਨਾਂ ਨੂੰ ਜਵਾਬ ਦੇ ਦਿੱਤਾ। ਉਹਨੇ ਲੱਤ ਲਾ ਲਈ ਆਦੀ ਜ਼ਮੀਨ ਤੇ ਉਹਨੇ ਮਾਲਕ ਨੇ ਜੋਇਆ, ਬੜੀ ਸਪੀਡ 'ਚ ਗਿਆ ਖੋਤਾ, ਪੱਠੇ ਲਿਆਵੇ ਆਵੇ ਜਾਵੇ। ਤੇ ਖੋਤਾ ਸਾਰੀ ਦਿਹਾੜੀ ਦੇ ਵਿੱਚ ਪੱਠੇ ਲਿਆਉਂਦਾ ਸੀ ਇੱਕ ਰੇੜਾ, ਤੇ ਉੱਥੇ ਦਿਹਾੜੀ 'ਚ ਦੋ ਰੇੜੇ ਲਿਆਉਣ ਨੂੰ ਕਰੇ, ਖੋਤਾ ਭੱਜਾ ਫਿਰੇ। ਉਹਨੂੰ ਡਾਊਟ ਹੋ ਗਿਆ, ਉਹਨਾਂ ਮੈਂ ਲੱਤ ਚੁੱਕੀ ਰੱਖੀ ਤੇ ਮਾਲਕ ਮੈਨੂੰ ਦੇ ਦੇਗਾ, ਲੋਕ ਮੈਨੂੰ ਖਾ ਨਾ ਜਾਣ। ਫਿਰ ਕੱਟੇ ਨੇ ਸੋਚਿਆ ਵੀ ਇਹ ਆਪਦਾ ਕੰਮ ਆਪ ਨੂੰ ਕਰਨਾ ਚਾਹੀਦਾ ਹੈ, ਲਿਹਾਜ਼ਾ ਤੁਸੀਂ ਵੀ ਇਸ ਚੀਜ਼ ਤੇ ਫੋਕਸ ਕਰਨਾ ਹੈ ਕਿ ਆਪਣਾ ਕੰਮ ਆਪ ਕਰੋ, ਆਪਦੇ ਕੰਮ ਤੇ ਢਿੱਲਬਾਜ਼ੀ ਨਹੀਂ ਕਰਨੀ ਚਾਹੀਦੀ, ਆਪਦਾ ਕੰਮ ਕਿਸੇ ਤੇ ਨਹੀਂ ਛੱਡਣਾ ਚਾਹੀਦਾ। ਇਹ ਤੁਹਾਨੂੰ ਮੇਰਾ ਮੈਸੇਜ ਹੈ। ਲਿਹਾਜ਼ਾ ਉਹ ਨਾ ਹੋਵੇ ਕਿ ਤੁਹਾਡਾ ਵੀ ਖੋਤੇ ਵਾਲਾ ਹਿਸਾਬ ਹੋਵੇ, ਕਿ ਤੁਹਾਨੂੰ ਡਰ ਨਾਲ ਜਾਂ ਬਾਅਦ ਵਿੱਚ ਤੁਹਾਨੂੰ ਪਛਤਾਵਾ ਹੋਵੇ ਕਿਸੇ ਚੀਜ਼ ਦਾ। ਠੀਕ ਹੈ ਜੀ, ਗੱਲ ਸੁਣ ਕੇ ਤੁਹਾਨੂੰ ਮਜ਼ਾ ਆਇਆ ਹੋਵੇਗਾ। ਠੀਕ ਹੈ, ਅੱਲਾ ਹਾਫਿਜ਼।